ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁਰ ਦੇ ਨਾਲ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਮਨਦੀਪ ਜੀ, ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਗੱਲਬਾਤ ਕੀਤੀ ਗਈ ਹੈ। ਦੋਹਾਂ ਲੀਡਰਸ ਦੇ ਵਿੱਚ ਕਿਹੜੀ ਗੱਲ ਹੋਈ ਹੈ ਤੇ ਹੁਣ ਜਗਮੀਤ ਸਿੰਘ ਵੱਲੋਂ ਕਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਨੇ? ਬਿਲਕੁਲ ਜੀ, ਜਿਸ ਤਰੀਕੇ ਨਾਲ ਆਪਾਂ ਪਹਿਲਾਂ ਵੀ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਜਸਟਿਨ ਟਰੂਡੋ ਜਲਦ ਜਿਹੜੇ ਉਹ ਵਿਰੋਧੀ ਪਾਰਟੀਆਂ ਦੇ ਲੀਡਰਾਂ ਨਾਲ ਮੀਟਿੰਗ ਜਿਹੜੀ ਆ ਉਹ ਕਰ ਸਕਦੇ ਆ, ਔਰ ਅੱਜ ਦਾ ਦਿਨ ਜਿਹੜਾ ਇਸ ਲਈ ਮਿਥਿਆ ਗਿਆ ਸੀਗਾ। ਸੋ ਅੱਜ ਜਗਮੀਤ ਸਿੰਘ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ, ਕਿਉਂਕਿ ਮਿਨੋਰਟੀ ਗਵਰਨਮੈਂਟ ਇੱਕ ਵਾਰੀ ਫਿਰ ਚੁਣੀਆਂ ਕੈਨੇਡਾ ਦੇ ਲੋਕਾਂ ਨੇ। ਬਹੁਮਤ ਇਸ ਵਕਤ ਜਸਟਿਨ ਟਰੂਡੋ ਉਹਨਾਂ ਕੋਲ ਨਹੀਂ ਹੈ, ਕਿਉਂਕਿ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇ, ਇਸ ਕਰਕੇ ਪ੍ਰਧਾਨ ਮੰਤਰੀ ਉਹੀ ਰਹਿਣਗੇ। ਪਰ ਜਿਹੜਾ ਵਾ ਇਹਦੇ ਵਿੱਚ ਇਹ ਬੜਾ ਜ਼ਰੂਰੀ ਹੁੰਦਾ ਕਿ ਵਿਰੋਧੀ ਪਾਰਟੀਆਂ ਕਿਸ ਤਰੀਕੇ ਨਾਲ ਪਾਰਲੀਮੈਂਟ ਦੇ ਵਿੱਚ ਕੰਮ ਕਰਦੀਆਂ ਨੇ, ਉਹ ਕਿਸ ਤਰੀਕੇ ਨਾਲ ਸਰਕਾਰ ਦਾ ਸਹਿਯੋਗ ਕਰਦੀਆਂ ਨੇ, ਨਹੀਂ ਕਰਦੀਆਂ ਨੇ। ਸੋ ਇਹਨਾਂ ਮੁੱਦਿਆਂ ਉੱਤੇ, ਇਹਨਾਂ ਗੱਲਾਂ ਉੱਤੇ ਬਹੁਤ ਨਿਰਭਰਤਾ ਹੁੰਦੀ ਆ ਮਿਨੋਰਟੀ ਗਵਰਨਮੈਂਟ ਦੀ। ਔਰ ਜਦੋਂ ਤੁਹਾਡੇ ਕੋਲ ਮੈਜੋਰਟੀ ਗਵਰਨਮੈਂਟ ਹੁੰਦੀ ਹੈ ਤਾਂ ਫਿਰ ਤੁਹਾਨੂੰ ਬਹੁਤਾ ਵਿਰੋਧੀ ਪਾਰਟੀਆਂ ਉੱਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੁੰਦੀ। ਤੁਸੀਂ ਆਪਣੇ ਹਿਸਾਬ ਨਾਲ ਮਤੇ ਬਿੱਲ ਪਾਸ ਕਰਵਾ ਸਕਦੇ ਹੋ। ਪਰ ਕਿਉਂਕਿ ਹੁਣ ਜਸਟਿਨ ਟਰੂਡੋ ਉਹਨਾਂ ਨੂੰ ਕਿਸੇ ਨਾ ਕਿਸੇ ਦੀ ਲੋੜ ਪਵੇਗੀ, ਔਰ ਇੱਕ ਕੈਨੇਡੀਅਨ ਲੋਕਾਂ ਦਾ ਮੈਂਡੇਟ ਵੀ ਇਹ ਆ ਕਿ ਜਿਹੜੀਆਂ ਸਾਰੀਆਂ ਪਾਰਟੀਆਂ ਮਿਲ ਕੇ ਕੰਮ ਕਰਨ, ਤਾਂ ਕਿ ਜਿਹੜੀ ਮਿਨੋਰਟੀ ਗਵਰਨਮੈਂਟ ਚੁਣੀ ਗਈ ਆ ਉਹਦਾ ਮਤਲਬ ਹੀ ਇਹ ਹੁੰਦਾ ਹੈ ਕਿ ਹੁਣ ਸਾਰੀਆਂ ਪਾਰਟੀਆਂ ਨੂੰ ਜਿਹੜਾ ਵਾ ਕਿਸੇ ਨਾ ਕਿਸੇ ਪਾਰਟੀ ਨੂੰ ਆਪਣਾ ਸਹਿਯੋਗ ਦੇ ਕੇ ਬਿੱਲ ਪਾਸ ਕਰਾਉਣੇ ਪੈਣਗੇ ਜਾਂ ਮਤੇ ਪਾਸ ਹੋਣਗੇ, ਨਵੇਂ ਕਾਨੂੰਨ ਬਣਨਗੇ। ਸੋ ਇਸੇ ਕਰਕੇ ਅੱਜ ਜਸਟਿਨ ਟਰੂਡੋ ਜਿਹੜੇ ਆ ਉਹਨਾਂ ਨੇ ਵਿਰੋਧੀ ਧਿਰ ਦੇ ਲੀਡਰਾਂ ਨਾਲ ਜਿਹੜੀ ਉਹ ਗੱਲਬਾਤ ਕਰਨੀ ਸੀ। ਸੋ ਇਹਦੇ ਵਿੱਚ ਜਗਮੀਤ ਸਿੰਘ ਹੁਣਾਂ ਨੇ ਅੱਜ ਗੱਲਬਾਤ ਕੀਤੀ ਆ, ਐਰਨ ਅਟੋਲ ਹੁਣਾਂ ਨੇ ਵੀ ਗੱਲਬਾਤ ਕੀਤੀ। ਉਹਨਾਂ ਵੱਲੋਂ ਵੀ ਇੱਕ ਪੱਤਰ ਜਾਰੀ ਕੀਤਾ ਗਿਆ ਲਿਖ ਕੇ ਵੀ ਕੀ ਗੱਲਬਾਤ ਕੀਤੀ, ਉਹ 'ਤੇ ਵੀ ਆਪਾਂ ਚਰਚਾ ਕਰਾਂਗੇ। ਪਰ ਪਹਿਲਾਂ ਗੱਲ ਆਪਾਂ ਜਗਮੀਤ ਸਿੰਘ ਹੁਣਾਂ ਦੀ ਕਰ ਲੈਂਦੇ ਹਾਂ। ਜਗਮੀਤ ਸਿੰਘ ਹੁਣਾਂ ਨੇ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਹੜੀਆਂ ਸ਼ਰਤਾਂ ਜਿਹੜੀਆਂ ਉਹਨਾਂ ਨੇ ਰੱਖੀਆਂ ਨੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਤੋਂ ਗੱਲ ਕਰਦੇ ਆ ਕਿ ਪੇਡ ਸਿਕ ਲੀਵ ਜਿਹੜੀ ਆ ਉਹ ਲਾਜ਼ਮੀ ਹੋਣੀ ਚਾਹੀਦੀ ਆ। ਖਾਸ ਕਰਕੇ ਕੋਵਿਡ ਦੇ ਦੌਰਾਨ ਇਹ ਮੁੱਦਾ ਉੱਠਿਆ, ਔਰ ਹੋਰ ਵੀ ਕਈ ਸੂਬਿਆਂ 'ਚ ਇਹਦੀ ਗੱਲ ਚੱਲ ਰਹੀ ਆ। BC ਵਿੱਚ ਵੀ ਜਿਹੜਾ ਵਾ NDP ਦੀ ਸਰਕਾਰ ਹੈ, ਉੱਥੇ ਵੀ ਪੇਡ ਸਿਕ ਲੀਵ ਜਿਹੜੀ ਆ ਉਹ ਕੀਤੀ ਗਈ ਆ। ਔਰ ਇਹ ਜਿਹੜਾ ਜਸਟਿਨ ਟਰੂਡੋ ਉੱਤੇ ਵੀ ਦਬਾਅ ਪਾਇਆ ਜਾ ਰਿਹਾ ਕਿ ਇਹਨੂੰ ਹੋਰ ਜਿਹੜਾ ਐਕਸਪੈਂਡ ਕੀਤਾ ਜਾਵੇ। ਇਸ ਤੋਂ ਇਲਾਵਾ ਜਿਹੜੀ ਉਹ ਗੱਲ ਕਰਦੇ ਨੇ ਕਿ ਜਿਹੜੀਆਂ ਸਰਕਾਰ ਵੱਲੋਂ ਜਿਹੜੀ ਵਿੱਤੀ ਜਿਹੜੀ ਸਹਾਇਤਾ ਜਿਹੜੀ ਆ ਉਹ ਲੋਕਾਂ ਨੂੰ ਦੇਣੀ ਸ਼ੁਰੂ ਕੀਤੀ ਸੀ ਕੋਵਿਡ ਦੇ ਦੌਰਾਨ, ਚਾਹੇ ਉਹ ਸਮਾਲ ਬਿਜ਼ਨਸ ਨੂੰ ਜਿਹੜੀ ਗ੍ਰਾਂਟ ਦਿੱਤੀ ਜਾ ਰਹੀ ਆ, ਚਾਹੇ ਜਿਹੜੀ ਸਰਵ ਵਰਗੀ ਸਕੀਮ ਹੈ ਜਿੱਤੇ ਜਿਹੜੇ ਲੋਕ ਬੇਰੁਜ਼ਗਾਰ ਨੇ, ਨੌਕਰੀਆਂ ਗਈਆਂ ਨੇ ਕੋਵਿਡ ਕਰਕੇ, ਉਹਨਾਂ ਨੂੰ ਜਿਹੜੇ ਪੈਸੇ ਦਿੱਤੇ ਜਾ ਰਹੇ ਨੇ। ਸੋ ਜਗਮੀਤ ਸਿੰਘ ਇਸ ਹੱਕ ਵਿੱਚ ਨੇ ਕਿ ਇਹ ਜਿਹੜੀ ਮਦਦ ਆ ਉਹ ਜਾਰੀ ਰਹਿਣੀ ਚਾਹੀਦੀ ਆ। ਇਹਦੇ ਸੰਬੰਧੀ ਵੀ ਉਹਨਾਂ ਨੇ ਅੱਜ ਮੰਗ ਰੱਖੀ ਆ ਕਿ ਇਹ ਜਿਹੜੀ ਮਦਦ ਆ ਇਹ ਰੋਕੀ ਨਹੀਂ ਜਾਣੀ ਚਾਹੀਦੀ। ਇਸ ਤੋਂ ਇਲਾਵਾ ਜਿਹੜਾ ਕੈਨੇਡਾ 'ਚ ਕਈ ਥਾਵਾਂ ਤੇ ਖਾਸ ਕਰਕੇ ਨਨਾਵਤ ਦੇ ਵਿੱਚ ਜਿਹੜਾ ਵਾਟਰ ਕ੍ਰਾਈਸਿਸ ਪੈਦਾ ਹੋਇਆ, ਉਹਦੇ ਸੰਬੰਧੀ ਉਹਨਾਂ ਨੇ ਮੰਗ ਰੱਖੀ ਆ। ਔਰ ਇਹਦੇ ਨਾਲ ਹੀ ਉਹਨਾਂ ਨੇ ਕਲਾਈਮੇਟ ਚੇਂਜ ਉੱਤੇ ਜਿਹੜੀ ਆ ਗੱਲ ਕੀਤੀ ਆ ਕਿ ਕਲਾਈਮੇਟ ਚੇਂਜ ਦੇ ਮੁੱਦੇ ਉੱਤੇ ਜਿਹੜਾ ਵੱਡੇ ਕਦਮ ਚੁੱਕਣ ਦੀ ਲੋੜ ਆ, ਔਰ ਜਿਹੜਾ ਖਾਸ ਕਰਕੇ ਇਹਦੇ ਕਰਕੇ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਨਾਲ ਕਿਸ ਤਰੀਕੇ ਨਾਲ ਨਜਿੱਠਿਆ ਜਾ ਸਕਦਾ, ਉਹਦੀ ਗੱਲ ਕੀਤੀ ਆ। ਇਹਦੇ ਨਾਲ ਹੀ ਜਿਹੜਾ ਇੱਕ ਵੱਡਾ ਮੁੱਦਾ ਅੱਜ ਕੱਲ੍ਹ ਜਿਹੜਾ ਕੁਝ ਬਣਿਆ ਹੋਇਆ ਮਹਿੰਗਾਈ ਦਾ, ਮਹਿੰਗਾਈ ਸੰਬੰਧੀ ਅੱਜ ਖਬਰ ਵੀ ਆਈ ਹੈ ਕਿ ਕਿਸ ਤਰੀਕੇ ਨਾਲ ਰਿਕਾਰਡ ਤੋੜੇ ਨੇ। ਆਪਾਂ ਅੱਗੇ ਪ੍ਰੋਗਰਾਮ 'ਚ ਉਹਦੀ ਚਰਚਾ ਵੀ ਕਰਾਂਗੇ। ਪਰ ਜਗਮੀਤ ਸਿੰਘ ਕਹਿੰਦੇ ਆ ਕਿ ਜਿਸ ਤਰੀਕੇ ਨਾਲ ਇਸ ਵਕਤ ਗਰੋਸਰੀ ਜ਼ਰੂਰੀ ਵਸਤਾਂ ਜਿਹੜੀਆਂ ਚਾਹੀਦੀਆਂ ਨੇ, ਰੋਜ਼ਾਨਾ ਮੁੱਢਲੀਆਂ ਲੋੜਾਂ ਨੇ, ਉਹਨਾਂ ਨਾਲ ਜਿਹੜਾ ਜੁੜਿਆ ਸਮਾਨ ਆ ਮਹਿੰਗਾ ਹੋ ਰਿਹਾ। ਔਰ ਇਹਦੇ ਵਿੱਚ ਉਹਨਾਂ ਨੇ ਹਾਊਸ ਅਫੋਰਡੇਬਿਲਟੀ ਨੂੰ ਵੀ ਜੋੜਿਆ ਕਿ ਘਰ ਮਹਿੰਗੇ ਹੋ ਰਹੇ ਆ, ਘਰਾਂ ਦੇ ਕਿਰਾਏ ਵੱਧ ਰਹੇ ਨੇ, ਜਿਹੜੇ ਅਪਾਰਟਮੈਂਟਸ, ਕੌਂਡੋ ਨੇ, ਟਾਊਨ ਹਾਊਸ ਨੇ, ਉਹਨਾਂ ਦੇ ਕਿਰਾਏ ਵੱਧ ਰਹੇ ਨੇ, ਉਹਨਾਂ ਦੀਆਂ ਕੀਮਤਾਂ ਵੀ ਵੱਡਿਆਂ ਸ਼ਹਿਰਾਂ 'ਚ ਵੱਧ ਰਹੀਆਂ ਨੇ, ਜੋ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਜਾ ਰਹੀਆਂ ਨੇ। ਬੀਤੇ ਦਿਨਾਂ ਤੋਂ ਜਿਹੜਾ ਵਾ ਉਹਨਾਂ ਨੇ ਇਹਨੂੰ ਮੁੱਦਾ ਜਿਹੜਾ ਸੀ ਉਹ ਚੋਣਾਂ ਵਿੱਚ ਵੀ ਬਣਾਇਆ, ਔਰ ਬੀਤੇ ਦਿਨਾਂ ਤੋਂ ਵੀ ਚੋਣਾਂ ਤੋਂ ਬਾਅਦ ਵੀ ਲਗਾਤਾਰ ਇਹਦੀ ਗੱਲ ਕਰਦੇ ਆ ਰਹੇ ਨੇ। ਕਈ ਮੀਡੀਆ ਰਿਲੀਜ਼ ਇਸ ਸੰਬੰਧੀ NDP ਪਾਰਟੀ ਦੇ ਆ ਚੁੱਕੇ ਨੇ। ਸੋ ਇੱਕ ਵਾਰੀ ਫਿਰ ਉਹਨਾਂ ਨੇ ਜਸਟਿਨ ਟਰੂਡੋ ਨੂੰ ਗੱਲ ਕੀਤੀ ਹੈ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਸ਼ਰਤ ਰੱਖੀ ਹੈ ਕਿ ਕੁਝ ਅਜਿਹੇ ਕਦਮ ਚੁੱਕੇ ਜਾਣ ਜਿਹਦੇ ਕਰਕੇ ਘਰਾਂ ਦੀਆਂ ਕੀਮਤਾਂ ਵੀ ਘਟਾਈਆਂ ਜਾਣ, ਨਾਲ ਦੀ ਨਾਲ ਜਿਹੜੀਆਂ ਜ਼ਰੂਰੀ ਵਸਤਾਂ ਨੇ, ਗਰੋਸਰੀ ਦੀਆਂ ਜਿਹੜੀਆਂ ਚੀਜ਼ਾਂ ਨੇ, ਜਾਂ ਹੋਰ ਖਾਸ ਕਰਕੇ ਗੈਸ ਹੈ ਉਹ ਵੀ ਕਾਫੀ ਮਹਿੰਗੀ ਹੋਈ ਹੈ ਇਹਨਾਂ ਦਿਨਾਂ ਵਿੱਚ। ਸੋ ਉਹਨਾਂ ਨੂੰ ਘਟਾਉਣ ਲਈ ਜਿਹੜਾ ਵਾ ਕੁਛ ਨਾ ਕੁਛ ਕੀਤਾ ਜਾਵੇ। ਸੋ ਇਸ ਤਰੀਕੇ ਨਾਲ ਇੱਕ ਲੰਬੀਆਂ ਚੌੜੀਆਂ ਸ਼ਰਤਾਂ ਜਿਹੜੀਆਂ ਨੇ ਜਗਮੀਤ ਸਿੰਘ ਹੁਣਾਂ ਨੇ ਜਸਟਿਨ ਟਰੂਡੋ ਉੱਤੇ ਰੱਖ ਦਿੱਤੀਆਂ ਨੇ ਕਿ ਜੇਕਰ ਤੁਹਾਨੂੰ ਸਾਡੀ ਸਪੋਰਟ ਚਾਹੀਦੀ ਆ, ਸਾਡੇ ਨਾਲ ਤੁਸੀਂ ਮਿਲ ਕੇ ਕੰਮ ਕਰਨਾ ਚਾਹੁੰਦੇ ਹੋ ਜਾਂ ਨੈਗੋਸ਼ੀਏਸ਼ਨ ਸਪੋਰਟ ਲਈ ਕਰਨਾ ਚਾਹੁੰਦੇ ਹੋ, ਤਾਂ ਆਹ ਮੁੱਦਿਆਂ ਉੱਤੇ ਤੁਹਾਨੂੰ ਜਿਹੜਾ ਕੰਮ ਹੈ ਉਹ ਕਰਨਾ ਪਵੇਗਾ। ਜੀ ਮਨਦੀਪ ਜੀ, ਹੁਣ ਜਗਮੀਤ ਸਿੰਘ ਵੱਲੋਂ ਸ਼ਰਤਾਂ ਤਾਂ ਰੱਖ ਦਿੱਤੀਆਂ ਗਈਆਂ ਨੇ, ਕੀ ਜਸਟਿਨ ਟਰੂਡੋ ਵੱਲੋਂ ਇਹਨਾਂ ਨੂੰ ਮੰਨਿਆ ਜਾਵੇਗਾ? NDP ਦੀ ਸਪੋਰਟ ਜਿਹੜੀ ਹੈ ਉਹ ਲਿਬਰਲ ਨੂੰ ਮਿਲ ਸਕੇਗੀ? ਬਿਲਕੁਲ ਜੀ, ਇਸ ਸੰਬੰਧੀ ਸਵਾਲ ਕੀਤੇ ਗਏ ਸੀ ਜਗਮੀਤ ਸਿੰਘ ਹੁਣਾਂ ਨੂੰ ਕਿ
ਉਹਨਾਂ ਦੀ ਸਪੋਰਟ ਜਿਹੜੀ ਆ ਉਹ ਕੀ ਰਵੱਈਆ ਕੀ ਰਹੇਗਾ ਉਹਨਾਂ ਦਾ। ਤਾਂ ਜਗਮੀਤ ਸਿੰਘ ਹੁਣਾਂ ਨੇ ਸਾਫ਼ ਤੌਰ ਤੇ ਕਿਹਾ, ਕਹਿੰਦੇ ਵੀ ਸਾਨੂੰ ਜਿਹੜੀ ਆ ਲਿਬਰਲ ਪਾਰਟੀ ਜਾਂ ਜਸਟਿਨ ਟਰੂਡੋ ਜਿਹੜੇ ਆ ਫੋਰ ਗਰੰਟਡ ਨਾ ਰਹਿਣ, ਵੀ ਅਸੀਂ ਸਪੋਰਟ ਦੇਣੀ ਆ। ਕਹਿੰਦੇ ਵੀ ਅਸੀਂ ਇਸ ਵਾਰ ਪੂਰਾ ਮਨ ਬਣਾ ਕੇ ਬੈਠੇ ਆ ਕਿ ਜੇਕਰ ਸਾਡੇ ਮੁੱਦਿਆਂ ਤੇ ਗੱਲ ਨਾ ਕੀਤੀ ਗਈ, ਜਿਹੜੀਆਂ ਅਸੀਂ ਸ਼ਰਤਾਂ ਰੱਖੀਆਂ ਨੇ ਉਹਨਾਂ ਨੂੰ ਜੇਕਰ ਨਾ ਮੰਨਿਆ ਗਿਆ ਜਾਂ ਉਹਨਾਂ ਉੱਤੇ ਕੰਮ ਨਾ ਕੀਤਾ ਗਿਆ, ਤਾਂ ਕਹਿੰਦੇ ਵੀ ਅਸੀਂ ਇਸ ਵਾਰ ਪੂਰੇ ਤਰੀਕੇ ਨਾਲ ਤਿਆਰ ਆ ਵੀ ਅਸੀਂ ਜਿਹੜੀ ਪਾਕ ਸਰਕਾਰ ਦੇ ਖਿਲਾਫ ਜਿਹੜੀ ਆ ਲਿਬਰਲ ਸਰਕਾਰ ਦੇ ਖਿਲਾਫ ਵੋਟ ਕਹਿੰਦੇ ਅਸੀਂ ਪਾ ਸਕਦੇ ਹਾਂ, ਔਰ ਅਸੀਂ ਪੂਰੀ ਤਿਆਰ ਹੈ। ਕਹਿੰਦੇ ਵੀ ਕਿਸੇ ਵੀ ਤਰੀਕੇ ਨਾਲ ਕੋਈ ਇਹ ਬਹੁਤਾ ਸਾਨੂੰ ਹਲਕੇ ਚ ਲੈਣ ਦੀ ਲੋੜ ਨਹੀਂ। ਸੋ ਇਸ ਵਾਰ ਥੋੜੇ ਸਖਤ ਤੇਵਰ ਜਿਹੜੇ ਉਹ ਜਗਮੀਤ ਸਿੰਘ ਉਹਨਾਂ ਵੱਲੋਂ ਦਿਖਾਏ ਜਾ ਰਹੇ ਨੇ, ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਪਲੇਟਫਾਰਮ ਦੀਆਂ ਜਿਹੜੀਆਂ ਇਹ ਅਹਿਮ ਗੱਲਾਂ ਨੇ ਉਹ ਅੱਗੇ ਰੱਖੀਆਂ ਨੇ ਜਸਟਿਨ ਟਰੂਡੋ ਉਹਨਾਂ ਦੇ ਅੱਗੇ। ਸੋ ਖੁੱਲ੍ਹ ਕੇ ਉਹਨਾਂ ਨੇ ਮੀਡੀਆ ਵਿੱਚ ਵੀ ਇਹਦਾ ਪ੍ਰਗਟਾਵਾ ਕੀਤਾ, ਔਰ ਜਸਟਿਨ ਟਰੂਡੋ ਉਹਨਾਂ ਦਾ ਕੀ ਰਵੱਈਆ ਸੀ, ਕੀ ਜਵਾਬ ਆਇਆ, ਇਹਦੇ ਸੰਬੰਧੀ ਉਹਨਾਂ ਨੇ ਹਲੇ ਕੋਈ ਗੱਲਬਾਤ ਨਹੀਂ ਕੀਤੀ ਆ। ਸੋ ਦੇਖਦੇ ਆ ਕਿ ਅਗਲੇ ਆਉਣ ਵਾਲੇ ਦਿਨਾਂ ਵਿੱਚ ਹਾਲਾਂਕਿ 26 ਅਕਤੂਬਰ ਨੂੰ ਜਿਹੜੀ ਕੈਬਨਿਟ ਆ ਉਹਦੀ ਅਨਾਉਂਸਮੈਂਟ ਹੋਣੀ ਆ, ਸਹੁੰ ਚੁੱਕਣੀ ਆ ਸਰਕਾਰ ਨੇ। ਉਸ ਤੋਂ ਬਾਅਦ ਫਿਰ ਕਿਸ ਤਰੀਕੇ ਨਾਲ ਨੈਗੋਸ਼ੀਏਸ਼ਨ ਹੁੰਦੀ ਆ ਤੇ 22 ਨਵੰਬਰ ਨੂੰ ਜਦੋਂ ਪਾਰਲੀਮੈਂਟ ਸੱਦੀ ਜਾਂਦੀ ਆ ਉਦੋਂ ਫਿਰ ਕੀ ਬਣਦਾ ਆ। ਪਰ ਇਹ ਜ਼ਰੂਰ ਹੈ ਕਿ ਹਾਲੇ ਜਗਮੀਤ ਸਿੰਘ ਸਖਤ ਤੇਵਰ ਦਿਖਾ ਰਹੇ ਨੇ, ਔਰ ਇਹ ਹੋ ਸਕਦਾ ਹੈ ਕਿ ਸ਼ਾਇਦ ਕਿਸੇ ਨਾ ਕਿਸੇ ਮਤੇ ਤੇ ਅਸੀਂ ਇਹ ਦੇਖ ਸਕੀਏ ਕਿ ਜੋ ਉਹ ਕਹਿ ਰਹੇ ਨੇ ਉਹਨੂੰ ਲੋਕ ਸੀਰੀਅਸਲੀ ਲੈਣ, ਗਰੰਟਿਡ ਲੈਣ, ਉਹਨਾਂ ਦੇ ਸ਼ਬਦ ਜਿਹੜੇ ਆ ਉਹ ਅਸਰਦਾਇਕ ਰਹਿਣ। ਹੋ ਸਕਦਾ ਅਸੀਂ ਇਹ ਵੀ ਦੇਖੀਏ ਵੀ ਜਗਮੀਤ ਸਿੰਘ ਜਿਹੜੇ ਉਹ ਵੋਟ ਪਾ ਵੀ ਸਕਦੇ ਆ ਜਸਟਿਨ ਟਰੂਡੋ ਉਹਨਾਂ ਦੀ ਸਰਕਾਰ ਦੇ ਖਿਲਾਫ। ਜੀ ਮਨਦੀਪ ਜੀ, ਹੁਣ ਜਗਮੀਤ ਸਿੰਘ ਵੱਲੋਂ ਸਖਤ ਤੇਵਰ ਦਿਖਾਏ ਜਾ ਰਹੇ ਨੇ, ਉਹਨਾਂ ਵੱਲੋਂ ਆਪਣਾ ਪੱਖ ਜਿਹੜਾ ਹੈ ਜਸਟਿਨ ਟਰੂਡੋ ਅੱਗੇ ਰੱਖਿਆ ਜਾ ਰਿਹਾ ਹੈ, ਜਾਣਕਾਰੀ ਵੀ ਤੁਸੀਂ ਸਾਂਝੀ ਕੀਤੀ ਹੈ। ਪਰ ਹੁਣ ਇੱਥੇ ਇਹ ਵੀ ਸਵਾਲ ਖੜਾ ਹੁੰਦਾ ਹੈ, ਇਸ ਦਾ ਅਸਰ ਭਵਿੱਖ ਦੇ ਉੱਪਰ ਕੀ ਹੋਏਗਾ ਕਿ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਦੇਖਣ ਨੂੰ ਮਿਲ ਸਕਦੀਆਂ ਨੇ? ਬਿਲਕੁਲ, ਇੱਥੇ ਅਸੀਂ ਕਹਿ ਸਕਦੇ ਹਾਂ ਕਿ ਐਨਡੀਪੀ ਲਈ ਥੋੜੀ ਕਸੂਤੀ ਸਥਿਤੀ ਜ਼ਰੂਰ ਹੈ, ਕਿਉਂਕਿ ਜਿੰਨਾ ਉਹਨਾਂ ਨੂੰ ਉਮੀਦ ਸੀ ਇਲੈਕਸ਼ਨ ਦੇ ਵਿੱਚ ਉਹਨਾਂ ਉਹ ਗੇਨ ਨਹੀਂ ਕਰ ਸਕੇ। ਮਹਿਜ ਇੱਕ ਸੀਟ ਹੀ ਜਿਹੜੀ ਵਧੀ ਆ, ਪਿਛਲੀ ਵਾਰ 24 ਸੀਟਾਂ ਆਈਆਂ ਸੀ, ਐਕਟਿਵ 25 ਸੀਟਾਂ ਆਈਆਂ ਸੀ। ਔਰ ਇੱਕ ਤਰੀਕੇ ਨਾਲ ਅਖੀਰਲੇ ਦਿਨਾਂ 'ਚ ਇਹ ਵੀ ਪ੍ਰਭਾਵ ਦਿੱਤਾ ਜਾਂਦਾ ਹੈ ਕਿ ਐਨਡੀਪੀ ਨੂੰ ਜੇਕਰ ਅਸੀਂ ਵੋਟ ਪਾਉਂਦੇ ਹਾਂ ਤਾਂ ਹੋ ਸਕਦਾ ਕਿ ਇਹ ਅੱਜ ਤੱਕ ਐਨਡੀਪੀ ਦੇ ਇਤਿਹਾਸ ਦੇ ਵਿੱਚ ਜਿਹੜੀ ਕੈਨੇਡਾ 'ਚ ਸਰਕਾਰ ਨਹੀਂ ਬਣੀ ਆ, ਔਰ ਕਿਤੇ ਨਾ ਕਿਤੇ ਜਿਹੜੀ ਵੋਟ ਆ ਉਹ ਇਸ ਕਰਕੇ ਲਿਬਰਲ ਪਾਰਟੀ ਵੱਲ ਸ਼ਿਫਟ ਹੋ ਜਾਂਦੀ ਆ। ਔਰ ਕਈ ਲੋਕ ਇਹ ਵੀ ਸਮਝਦੇ ਆ ਕਿ ਇਹਨਾਂ ਦੇ ਜਿਹੜੇ ਮੁੱਦੇ ਆ ਉਹ ਬਹੁਤ ਮਿਲਦੇ ਜੁਲਦੇ ਆ ਜਾਂ ਵਿਚਾਰਧਾਰਾ 'ਚ ਬਹੁਤਾ ਫਰਕ ਨਹੀਂਗਾ। ਜਾਂ ਇਹ ਵੀ ਹੁੰਦਾ ਹੈ ਕਈ ਵਾਰ ਵਿਰੋਧੀ ਪਾਰਟੀਆਂ ਪ੍ਰਚਾਰ ਕਰਦੀਆਂ ਨੇ ਕਿ ਇਹ ਦੋਵੇਂ ਪਾਰਟੀਆਂ ਬਾਅਦ 'ਚ ਮਿਲ ਜਾਂਦੀਆਂ ਨੇ। ਸੋ ਇਹ ਜਿਹੜਾ ਪ੍ਰਭਾਵ ਹੈ ਕਿਤੇ ਨਾ ਕਿਤੇ ਐਨਡੀਪੀ ਨੂੰ ਨੁਕਸਾਨ ਵੀ ਪਹੁੰਚਾ ਰਿਹਾ। ਸੋ ਜਗਮੀਤ ਸਿੰਘ ਜਿਹੜੀ ਹੈ ਕੋਸ਼ਿਸ਼ ਕਰਨਗੇ ਕਿ ਇਸ ਪ੍ਰਭਾਵ ਨੂੰ ਘਟਾਇਆ ਜਾਵੇ ਅਤੇ ਉਹਨਾਂ ਨੂੰ ਇੱਕ ਸਖਤ ਵਿਰੋਧੀ ਧਿਰ ਦੇ ਵਜੋਂ ਦੇਖਿਆ ਜਾਵੇ, ਔਰ ਆਪਣੇ ਤੌਰ ਤੇ ਜਿਹੜੀ ਨਿਰਭਰ ਪਾਰਟੀ ਉਸ ਦੇ ਤੌਰ ਤੇ ਦੇਖਿਆ ਜਾਵੇ। ਸੋ ਉਹਨੂੰ ਜਿਹੜਾ ਵਾ ਇਸ ਚੀਜ਼ ਨੂੰ ਪ੍ਰਚਲਿਤ ਕਰਨ ਲਈ, ਇਹਨੂੰ ਜਿਹੜਾ ਵਾ ਪ੍ਰੂਫ ਕਰਨ ਲਈ ਹੋ ਸਕਦਾ ਕਿ ਉਹ ਵੋਟ ਪਾ ਦੇਣ। ਪਰ ਇਹਦੇ ਨਾਲ ਨਾਲ ਇਹ ਵੀ ਆ ਕਿ ਇੱਕ ਹੋਰ ਵੀ ਇਸ ਤਰੀਕੇ ਦੀ ਪਾਰਟੀ ਆ ਜਿਹੜੀ ਜਿਹਦੇ ਨਾਲ ਲਿਬਰਲ ਪਾਰਟੀ ਨੈਗੋਸ਼ੀਏਟ ਕਰ ਸਕਦੀ ਆ, ਉਹ ਹੈਗੀ ਆ ਬਲਾਕ ਕਿਊਬਕ, ਜਿਹੜੀ ਕਿਊਬਕ ਦੀ ਪਾਰਟੀ ਆ। ਸੋ ਉਹਦੇ ਨਾਲ ਵੀ ਜਿਹੜੀ ਆ ਉਹ ਨੈਗੋਸ਼ੀਏਸ਼ਨ ਹੋ ਸਕਦੀ ਆ। ਜੇਕਰ ਇਹਨਾਂ ਦੋਨਾਂ ਪਾਰਟੀਆਂ ਨਾਲ ਨੈਗੋਸ਼ੀਏਸ਼ਨ ਨਾ ਹੋਈ ਤਾਂ ਫਿਰ ਜਸਟਿਨ ਟਰੂਡੋ ਦੀ ਸਰਕਾਰ ਖਤਰੇ 'ਚ ਹੋ ਸਕਦੀ ਆ। ਸੰਭਾਵਨਾ ਤਾਂ ਵੈਸੇ ਨਹੀਂ, ਕੋਈ ਵੀ ਨਹੀਂ ਚਾਹੇਗਾ ਕਿ ਹਲੇ ਘੱਟੋ ਘੱਟ 2 ਸਾਲ ਹੋਰ ਇਲੈਕਸ਼ਨ ਹੋਣ, ਕਿਉਂਕਿ ਪਹਿਲਾਂ ਹੀ ਮਹਾਮਾਰੀ ਦੇ ਦੌਰਾਨ ਇਲੈਕਸ਼ਨ ਹੋਏ ਨੇ, ਬਹੁਤ ਆਲੋਚਨਾ ਹੋਈ ਜਸਟਿਨ ਟਰੂਡੋ ਹੋਣਾ ਦੀ, ਔਰ ਸ਼ਾਇਦ ਇਸੇ ਕਰਕੇ ਜਿਹੜਾ ਸੀ ਉਹ ਮੈਜੋਰਟੀ ਤੋਂ ਖੁੱਸ ਗਏ। ਔਰ ਨਹੀਂ ਤਾਂ ਉਹਨਾਂ ਨੂੰ ਉਮੀਦ ਸੀ ਕਿ ਮੈਜੋਰਟੀ ਜਿਹੜੀ ਉਹਨਾਂ ਨੂੰ ਮਿਲੀ ਹੀ ਜਾਵੇਗੀ, ਕਿਉਂਕਿ ਬਹੁਤ ਸਾਰੇ ਲੋਕ ਉਹਨਾਂ ਦੇ ਕੰਮ ਤੋਂ ਤਾਂ ਪਸੰਦ ਸੀਗੇ। ਪਰ ਜਦੋਂ ਚੋਣਾਂ ਦੀ ਅਨਾਉਂਸਮੈਂਟ ਹੋਈ ਉਦੋਂ ਜਿਹੜਾ ਸੀ ਲੋਕ ਉਹਨਾਂ ਤੋਂ ਥੋੜੇ ਨਾਰਾਜ਼ ਨਜ਼ਰ ਆਏ। ਸੋ ਬਹੁਤ ਦਿਲਚਸਪ ਰਹੇਗਾ ਜਦੋਂ ਪਾਰਲੀਮੈਂਟ ਕਾਲ ਕੀਤੀ ਜਾਵੇਗੀ। 22 ਨਵੰਬਰ ਨੂੰ ਜਿਹੜੀ ਆ ਪਾਰਲੀਮੈਂਟ ਸੱਦੀ ਗਈ ਆ। ਸੋ ਉਸ ਦੇ ਵਿੱਚ ਜਗਮੀਤ ਸਿੰਘ ਹੋਣਾ ਦਾ ਕੀ ਰਵੱਈਆ ਰਹਿੰਦਾ, ਐਨਡੀਪੀ ਦਾ ਕੀ ਰਵੱਈਆ ਰਹਿੰਦਾ, ਇਹ ਬਹੁਤ ਅਹਿਮ ਰਹੇਗਾ ਐਨਡੀਪੀ ਲਈ ਵੀ ਅਤੇ ਸਰਕਾਰ ਲਈ ਵੀ। ਜੀ ਮਨਦੀਪ ਜੀ, ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰਨ ਓਟੂਲ ਵੱਲੋਂ ਵੀ ਪ੍ਰਧਾਨ ਮੰਤਰੀ ਦੇ ਨਾਲ ਗੱਲ ਕੀਤੀ ਗਈ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਹੈ। ਹੁਣ ਉਹਨਾਂ ਵੱਲੋਂ ਜਾਣੀ ਕਿ ਐਰਨ ਓਟੂਲ ਵੱਲੋਂ ਕੀ ਗੱਲ ਕੀਤੀ ਗਈ ਹੈ ਜਸਟਿਨ ਟਰੂਡੋ ਦੇ ਨਾਲ? ਬਿਲਕੁਲ, ਜਿਸ ਤਰੀਕੇ ਨਾਲ ਦੇਖਿਆ ਕਿ ਵਿਰੋਧੀ ਧਿਰ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ, ਉਸੇ ਤਰੀਕੇ ਨਾਲ ਐਰਨ ਓਟੂਲ ਹੋਣਾ ਨਾਲ ਗੱਲਬਾਤ ਕੀਤੀ ਆ। ਔਰ ਐਰਨ ਓਟੂਲ ਹੋਣਾ ਨੇ ਜਿਹੜੀ ਆ ਇਸੇ ਤਰੀਕੇ ਨਾਲ ਆਪਣੇ ਜਿਸ ਤਰੀਕੇ ਨਾਲ ਪਾਰਟੀ ਉਹਨਾਂ ਦੇ ਮੁੱਦੇ ਨੇ ਉਹ ਅੱਗੇ ਰੱਖੇ ਨੇ। ਔਰ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜਿਹੜਾ ਮੂਲ ਨਿਵਾਸੀ ਭਾਈਚਾਰੇ ਲਈ ਕਦਮ ਚੁੱਕੇ ਗਏ, ਜਿੱਥੇ ਥਾਵਾਂ ਤੇ ਜਸਟਿਨ ਟਰੂਡੋ ਗਏ, ਔਰ ਇਹਦੇ ਨਾਲ ਹੀ ਜਿਹੜਾ 30 ਸਤੰਬਰ ਦਾ ਜਿਹੜਾ ਦਿਨ ਮਨਾਇਆ ਗਿਆ ਸੀ ਉਹਦੇ ਲਈ ਧੰਨਵਾਦ ਕੀਤਾ। ਇਹਦੇ ਨਾਲ ਹੀ ਜੇਕਰ ਅਸੀਂ ਐਰਨ ਓਟੂਲ ਦੀ ਚਰਚਾ ਕਰੀਏ ਤਾਂ ਉਹਨਾਂ ਨੇ ਜਿਹੜੀ CRB ਸਕੀਮ ਆ ਉਹਨੂੰ ਬੰਦ ਕਰਨ ਦੀ ਜਿਹੜੀ ਉਹ ਮੰਗ ਕੀਤੀ ਆ ਨਵੰਬਰ ਤੱਕ। ਔਰ ਇਹਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ
ਕਿ ਇਸ ਗੱਲ ਦੇ ਉੱਤੇ ਜਸਟਿਨ ਟਰੂਡੋ ਹੋਣਾ ਨੇ ਜਿਹੜਾ ਕੋਈ ਰਿਸਪੌਂਸ ਨਹੀਂ ਦਿੱਤਾ। ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਇਹ ਵੀ ਕਿਹਾ ਜਸਟਿਨ ਟਰੂਡੋ ਹੋਣਾ ਨੂੰ, ਐਰਨ ਅਟੂਲ ਹੋਣਾ ਨੇ, ਕਿ ਜਿਹੜੀ ਵੈਕਸੀਨ ਆ ਉਹਨੂੰ ਸਿਆਸੀ ਤੌਰ ਤੇ ਇਸ ਮੁੱਦੇ ਨੂੰ ਨਾ ਵਰਤਿਆ ਜਾਵੇ। ਸੋ ਉਹ ਕਹਿੰਦੇ ਵੀ ਇਹਦੇ ਉੱਤੇ ਵੀ ਕੋਈ ਬਹੁਤਾ ਰਿਸਪੌਂਸ ਜਸਟਿਨ ਟਰੂਡੋ ਹੋਣਾ ਨੇ ਨਹੀਂ ਦਿੱਤਾ। ਔਰ ਇਹਦੇ ਨਾਲ ਹੀ ਇਹ ਵੀ ਇੱਕ ਮੰਗ ਕੀਤੀ ਗਈ ਕਿ ਜਿਹੜੀ ਪਾਰਲੀਮੈਂਟ ਆ ਉਹ ਜਲਦੀ ਕਾਲ ਕੀਤੀ ਜਾਵੇ, ਕਿਉਂਕਿ ਮੰਨਿਆ ਜਾ ਰਿਹਾ ਕਿ ਬਹੁਤ ਟਾਈਮ ਲਾ ਰਹੇ ਨੇ ਜਸਟਿਨ ਟਰੂਡੋ। ਲਗਭਗ ਚੋਣਾਂ ਤੋਂ 2 ਮਹੀਨਿਆਂ ਬਾਅਦ ਦੀ ਡੇਟ ਰੱਖੀ ਗਈ ਆ, ਕਿਉਂਕਿ 20 ਸਤੰਬਰ ਨੂੰ ਚੋਣਾਂ ਸੀ ਔਰ 22 ਨਵੰਬਰ ਨੂੰ ਜਾ ਕੇ ਜਿਹੜੀ ਆ ਉਹ ਪਾਰਲੀਮੈਂਟ ਕਾਲ ਕੀਤੀ ਗਈ ਆ। ਸੋ ਇਹਨਾਂ ਮੁੱਦਿਆਂ ਉੱਤੇ ਐਰਨ ਅਟੂਲ ਨੇ ਜਿਹੜੀ ਸੀ ਆਪਣੀ ਗੱਲਬਾਤ ਕੀਤੀ ਹੈ। ਨਾਲ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਆਪਣੀ ਲਿਸਟ ਦੇ ਵਿੱਚ ਕਿ ਇਸ ਗੱਲ ਦਾ ਪ੍ਰਧਾਨ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਤੇ ਇਸ ਗੱਲ ਦਾ ਨਹੀਂ ਦਿੱਤਾ। ਜੀ ਮਨਦੀਪ ਜੀ, ਸਿੰਘੂ ਬਾਰਡਰ ਦੇ ਉੱਪਰ ਇੱਕ ਘਟਨਾ ਜੋ ਵਾਪਰੀ ਹੈ, ਉਸ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਵਾਲਾ ਹੋਰਾਂ ਦਾ ਵੀ ਬਿਆਨ ਸਾਹਮਣੇ ਆ ਰਿਹਾ, ਉਹਨਾਂ ਵੱਲੋਂ ਵੀ ਲਗਾਤਾਰ ਇਸ ਬਾਰੇ ਬੋਲਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਕਿਹੜੀਆਂ ਗੱਲਾਂ ਹੋ ਰਹੀਆਂ ਨੇ, ਕੈਨੇਡਾ ਦੇ ਵਿੱਚ ਇਸ ਨੂੰ ਲੈ ਕੇ ਕਿਹੜੇ ਜਿਹੜੇ ਵਿਚਾਰ ਨੇ ਉਹ ਸਾਹਮਣੇ ਆ ਰਹੇ ਹਨ? ਬਿਲਕੁਲ ਜੀ, ਵੱਖ-ਵੱਖ ਤਰੀਕੇ ਦੀਆਂ ਪ੍ਰਤੀਕਰਮਾਂ ਆ ਰਹੀਆਂ ਨੇ, ਕਿਉਂਕਿ ਜਿਹੜੀ ਸਿੰਘੂ ਬਾਰਡਰ ਤੇ ਘਟਨਾ ਵਾਪਰੀ ਸੀ ਜਿੱਥੇ ਇੱਕ ਵਿਅਕਤੀ ਤੇ ਦੋਸ਼ ਲੱਗੇ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਉਸ ਤੋਂ ਬਾਅਦ ਫਿਰ ਉੱਥੇ ਉਹਦਾ ਕਤਲ ਹੋ ਗਿਆ। ਔਰ ਉਸ ਮਾਮਲੇ ਵਿੱਚ ਉਸ ਤੋਂ ਬਾਅਦ ਜੋ ਵੀ ਹੋ ਰਿਹਾ ਵਾ ਉਹਦੇ ਉੱਤੇ ਜਿਹੜਾ ਸੀ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਆ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਔਰ ਉਹਨਾਂ ਨੇ ਇਹ ਦਾਅਵਾ ਕੀਤਾ ਸੀ, ਕਹਿੰਦੇ ਵੀ ਜੇ ਬੇਅਦਬੀ ਹੋਈ ਆ ਤਾਂ ਸਰਬ ਲੋਕ ਗ੍ਰੰਥ ਦੀ ਹੋਈ ਆ। ਔਰ ਕਹਿੰਦੇ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਕਿ ਉਹਦੀ ਵੀ ਬੇਅਦਬੀ ਕਹਿੰਦੇ ਨਹੀਂ ਹੋਈ, ਕੋਈ ਉਸ ਭੀੜ ਨੂੰ ਨੁਕਸਾਨ ਨਹੀਂ ਹੋਇਆ। ਸੋ ਇਸ ਤਰੀਕੇ ਦੀ ਬਿਆਨਬਾਜ਼ੀ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਆ। ਔਰ ਉਹਨਾਂ ਦੀ ਇਸ ਬਿਆਨਬਾਜ਼ੀ ਉੱਤੇ ਜਿਹੜੀਆਂ ਕੁਝ ਸੰਸਥਾਵਾਂ ਨੇ ਗੁਰਦੁਆਰਿਆਂ ਨਾਲ ਜੁੜੀਆਂ ਹੋਈਆਂ ਉਹਨਾਂ ਵੱਲੋਂ ਇਤਰਾਜ਼ ਪ੍ਰਗਟ ਕੀਤਾ ਗਿਆ ਔਰ ਇਹਦੇ ਸੰਬੰਧੀ ਅੱਜ ਇੱਕ ਜਿਹੜਾ ਪੱਤਰ ਵੀ ਜਾਰੀ ਕੀਤਾ ਗਿਆ। ਇਹ ਪੱਤਰ ਜਿਹੜਾ ਵਾ ਬ੍ਰਿਟਿਸ਼ ਕੋਲੰਬੀਆ ਜਿਹੜੀ ਗੁਰਦੁਆਰਾ ਕੌਂਸਲ ਆ ਉਹਦੇ ਵੱਲੋਂ ਅਤੇ ਅੰਟਾਰੀਓ ਗੁਰਦੁਆਰਾ ਜਿਹੜੀ ਕਮੇਟੀ ਆ ਸਾਂਝੇ ਤੌਰ ਤੇ ਪੱਤਰ ਜਾਰੀ ਕੀਤਾ ਗਿਆ, ਜੋ ਕਿ BC ਗੁਰਦੁਆਰਾ ਕੌਂਸਲ ਦੇ ਜਿਹੜੇ ਬੁਲਾਰੇ ਨੇ ਮਨਿੰਦਰ ਸਿੰਘ ਅਤੇ ਦੂਜੇ ਅੰਟਾਰੀਓ ਗੁਰਦੁਆਰਾ ਕਮੇਟੀ ਦੇ ਬੁਲਾਰੇ ਜਿਹੜੇ ਅਮਰਜੀਤ ਸਿੰਘ ਮਾਨ ਆ ਉਹਨਾਂ ਦੇ ਨਾਂ ਹੇਠ ਜਾਰੀ ਕੀਤਾ ਗਿਆ, ਜਿਸ 'ਚ ਇਹ ਮੰਗ ਕੀਤੀ ਗਈ ਹੈ ਅਕਾਲ ਤਖਤ ਸਾਹਿਬ ਤੋਂ। ਸਭ ਤੋਂ ਪਹਿਲਾਂ ਤਾਂ ਨਿਖੇਧੀ ਕੀਤੀ ਗਈ ਆ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਆ ਉਹਨਾਂ ਦੇ ਬਿਆਨਾਂ ਦੀ ਨਿਖੇਧੀ ਕੀਤੀ ਗਈ ਆ। ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਆ ਔਰ ਇੱਥੋਂ ਤੱਕ ਕਿਹਾ ਗਿਆ ਕਿ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰ ਦੇਣਾ ਚਾਹੀਦਾ। ਜਿਹੜੇ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਰਣਜੀਤ ਸਿੰਘ ਢੱਡਰੀਆਂ ਉਹਨਾਂ ਦੇ ਵਾਲੇ ਦੇ ਜਿਹੜੇ ਡੇਰੇ ਤੇ ਨੇ ਜਾਂ ਉਹਨਾਂ ਦਾ ਜਿਹੜਾ ਪਰਮੇਸ਼ਵਰ ਦਵਾਰ ਕਿਹਾ ਜਾਂਦਾ ਜਿੱਥੇ ਉਹ ਰਹਿੰਦੇ ਨੇ, ਕਹਿੰਦੇ ਉੱਥੋਂ ਸਰੂਪ ਵੀ ਜਿਹੜੇ ਲੈ ਆਉਣੇ ਚਾਹੀਦੇ ਆ। ਔਰ ਜਦ ਤੱਕ ਜਿਹੜੀ ਆ ਰਣਜੀਤ ਸਿੰਘ ਢੱਡਰੀਆਂ ਵਾਲੇ ਮਾਫੀ ਨਹੀਂ ਮੰਗਦੇ, ਅਕਾਲ ਤਖਤ ਸਾਹਿਬ ਤੇ ਆ ਕੇ ਆਪਣੀਆਂ ਭੁੱਲਾਂ ਨਹੀਂ ਬਖਸ਼ਾਉਂਦੇ, ਤਾਂ ਉਹਨਾਂ ਨਾਲ ਜਿਹੜਾ ਵਾ ਉਹ ਮੇਲ ਵਰਤਾਵ ਜਿਹੜਾ ਬੰਦ ਕਰ ਦੇਣਾ ਚਾਹੀਦਾ। ਸੋ ਇਸ ਤਰੀਕੇ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਔਰ ਇਸ ਪੱਤਰ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਇਹਨਾਂ ਕਮੇਟੀਆਂ ਵੱਲੋਂ ਕਿ ਜਿਹੜੀਆਂ ਕੈਨੇਡਾ ਦੀਆਂ ਸਿੱਖ ਸੰਗਤਾਂ ਨੇ ਉਹਨਾਂ ਦੀਆਂ ਭਾਵਨਾਵਾਂ ਅਨੁਸਾਰ ਹੀ ਕਹਿੰਦੇ ਅਸੀਂ ਇਹ ਪੱਤਰ ਲਿਖ ਰਹੇ ਹਾਂ, ਇਹ ਮੰਗ ਕਰ ਰਹੇ ਹਾਂ। ਸੋ ਇਹ ਜਿਹੜੀ BC ਗੁਰਦੁਆਰਾ ਕੌਂਸਲ ਹੈ ਉਹਦੇ ਵਿੱਚ ਵੀ ਖਾਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਗ੍ਰੇਟਰ ਵੈਨਕੂਵਰ ਦੇ ਲਗਭਗ ਕੁਝ ਕੁ ਗੁਰੂ ਘਰਾਂ ਨੂੰ ਛੱਡ ਕੇ ਸਾਰੇ ਗੁਰਦੁਆਰੇ ਜਿਹੜੇ ਉਹਦੇ ਵਿੱਚ ਸ਼ਾਮਲ ਨੇ, ਤਕਰੀਬਨ 8-9 ਗੁਰਦੁਆਰਿਆਂ ਨੂੰ ਜਿਹੜੀ ਇਹ ਰਿਪਰੈਜ਼ੈਂਟ ਕਰਦੀ ਆ। ਔਰ ਇਸੇ ਤਰੀਕੇ ਨਾਲ ਅੰਟਾਰੀਓ ਦੀ ਗੁਰਦੁਆਰਾ ਕਮੇਟੀ ਵੀ ਜਿਹੜੀ ਆ ਉਹਨੇ ਵੀ ਇਹ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਬਿਆਨ ਜਾਰੀ ਕੀਤਾ। ਸੋ ਦੇਖਦੇ ਆ ਅੱਜ ਹੁਣੇ ਕੁਝ ਸਮਾਂ ਪਹਿਲਾਂ ਹੀ ਇਹ ਜਿਹੜਾ ਬਿਆਨ ਜਾਰੀ ਹੋਇਆ, ਸੋ ਇਸ ਤੇ ਅਕਾਲ ਤਖਤ ਸਾਹਿਬ ਦੀ ਕੀ ਪ੍ਰਤੀਕਿਰਿਆ ਆਉਂਦੀ ਆ ਔਰ ਰਣਜੀਤ ਸਿੰਘ ਢੱਡਰੀਆਂ ਵਾਲੇ ਕੀ ਪ੍ਰਤੀਕਿਰਿਆ ਦਿੰਦੇ ਆ। ਸੋ ਇਹ ਦੇਖਣ ਵਾਲੀ ਗੱਲ ਹੈ, ਕਿਉਂਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਆ ਲਗਭਗ ਹਰੇਕ ਗੱਲ ਤੇ ਪ੍ਰਤੀਕਿਰਿਆ ਅੱਜ ਕੱਲ ਉਹ ਦੇ ਰਹੇ ਨੇ। ਜੀ ਮਨਦੀਪ ਜੀ, ਪਾਰਲੀਮੈਂਟ ਦੀ ਸ਼ੁਰੂਆਤ 22 ਨਵੰਬਰ ਤੋਂ ਕੈਨੇਡਾ ਦੇ ਵਿੱਚ ਕੀਤੀ ਜਾ ਰਹੀ ਹੈ। ਅਜਿਹੇ ਦੇ ਵਿੱਚ ਬੋਰਡ ਦਾ ਕਹਿਣਾ ਹੈ ਕਿ ਵੈਕਸੀਨੇਸ਼ਨ ਲਾਜ਼ਮੀ ਕੀਤੀ ਜਾ ਰਹੀ ਹੈ। ਇਹ ਜੋ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ, ਇਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਵੱਲੋਂ ਇਸ ਬਾਰੇ ਕੀ ਕਿਹਾ ਜਾ ਰਿਹਾ ਹੈ? ਬਿਲਕੁਲ ਜੀ, ਕਿਉਂਕਿ ਵੱਖ-ਵੱਖ ਪਾਰਟੀਆਂ ਤੇ ਜੇਕਰ ਅਸੀਂ ਗੱਲ ਕਰੀਏ ਤਾਂ ਇੱਕ ਮੀਟਿੰਗ ਹੋਈ ਸੀ ਜਿਹੜੀ ਖਾਸ ਕਰਕੇ ਕੁਝ ਐਮਪੀਆਂ ਦੀ ਕਮੇਟੀ ਸੀ, ਉਹਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਵੈਕਸੀਨੇਸ਼ਨ ਜਿਹੜੀ ਉਹ ਮੈਂਡੇਟਰੀ ਕੀਤੀ ਜਾਵੇਗੀ। ਕਿਸੇ ਵੀ ਵਿਅਕਤੀ ਨੇ ਜੇਕਰ ਹਾਊਸ ਆਫ ਕਾਮਨਸ 'ਚ ਦਾਖਲ ਹੋਣਾ ਆ ਜਾਂ ਅਸੀਂ ਕਹਿ ਦਈਏ ਕਿ ਪਾਰਲੀਮੈਂਟ ਬਿਲਡਿੰਗ 'ਚ ਦਾਖਲ ਹੋਣਾ ਆ ਤਾਂ ਉਹ ਫੁੱਲੀ ਵੈਕਸੀਨੇਟਡ ਹੋਣਾ ਚਾਹੀਦਾ ਆ। ਸੋ ਇਹਦੇ ਵਿੱਚ ਜਿਹੜੇ ਸਾਰੀਆਂ ਹੀ ਪਾਰਟੀਆਂ ਦੇ ਲਗਭਗ MP ਹੁੰਦੇ ਆ, ਪਰ ਉਹਦੇ ਵਿੱਚ ਜੇਕਰ ਅਸੀਂ ਹੁਣ ਗੱਲ ਕਰੀਏ ਤਾਂ ਕੰਜ਼ਰਵੇਟਿਵਸ ਵੱਲੋਂ ਇਹ ਕਿਹਾ ਜਾ ਰਿਹਾ ਕਿ ਅਸੀਂ ਜਿਹੜਾ ਵਾ ਇਸ ਪਾਲਿਸੀ ਦੀ ਜਿਹੜੀ ਉਹ ਵਿਰੋਧ ਕਰਾਂਗੇ। ਉਹ ਕਹਿੰਦੇ ਕਿ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ। ਕਹਿੰਦੇ ਵੀ ਇਹ ਇੱਕ ਸੀਕ੍ਰੇਟ ਮੀਟਿੰਗ ਹੋਈ ਆ ਕੁਝ MP ਦੀ ਕਮੇਟੀ ਵਿੱਚ
ਔਰ ਉਹ ਕਹਿੰਦੇ ਕਿ ਇਹ ਐਮਪੀ ਇਸ ਤਰੀਕੇ ਦਾ ਕੋਈ ਫੈਸਲਾ ਨਹੀਂ ਲੈ ਸਕਦੇ। ਜਿਹੜੇ 338 ਦੇ 338 ਐਮਪੀ ਆ ਜਿਨ੍ਹਾਂ ਨੂੰ ਕੈਨੇਡੀਅਨ ਲੋਕਾਂ ਨੇ ਚੁਣਿਆ, ਉਹ ਦਾਖਲ ਹੋ ਸਕਦੇ ਨਹੀਂ ਹੋ ਸਕਦੇ, ਉਹਨਾਂ ਉੱਤੇ ਕੋਈ ਫੈਸਲਾ ਨਹੀਂ ਲੈ ਸਕਦੇ, ਕਿਉਂਕਿ ਇਹ ਸਾਰੇ ਕੈਨੇਡਾ ਦੇ ਲੋਕਾਂ ਨੂੰ ਜਿਹੜੇ 338 ਐਮਪੀ ਆ ਰਿਪਰੈਜ਼ੈਂਟ ਕਰਦੇ ਆ। ਸੋ ਇਸ ਤਰੀਕੇ ਨਾਲ ਕਿਸੇ ਨੂੰ ਨਹੀਂ ਰੋਕਿਆ ਜਾ ਸਕਦਾ। ਸੋ ਇਸ ਤਰੀਕੇ ਦਾ ਕੁਝ ਹੋਣ ਦੀ ਉਮੀਦ ਵੀ ਸੀ, ਕਿਉਂਕਿ ਜੇਕਰ ਅਸੀਂ ਜਿੰਨੇ ਐਮਪੀ ਹੈਗੇ ਨੇ ਬਾਕੀ ਪਾਰਟੀਆਂ ਦੇ, ਉਹਦੇ ਵਿੱਚ ਤਕਰੀਬਨ ਅਸੀਂ ਲਿਬਰਲ ਦੀ ਗੱਲ ਕਰੀਏ ਉਹ ਵੀ ਸਾਰੇ ਫੁੱਲੀ ਵੈਕਸੀਨੇਟਡ ਨੇ, ਉਹਨਾਂ ਦਾ ਕੌਕਸ ਵੀ ਸਾਰਾ ਵੈਕਸੀਨ ਲਗਵਾ ਚੁੱਕਾ। ਹਾਲਾਂਕਿ ਉਹਨਾਂ ਦੇ ਸਾਰੇ ਉਮੀਦਵਾਰਾਂ ਲਈ ਐਲੀਜੀਬਿਲਟੀ ਇਹ ਸੀ ਕਿ ਸਾਰੇ ਜਿਹੜੇ ਫੁੱਲੀ ਵੈਕਸੀਨੇਟ ਹੋਣੇ ਚਾਹੀਦੇ ਆ। ਇਸ ਤੋਂ ਇਲਾਵਾ ਇਸੇ ਤਰੀਕੇ ਨਾਲ ਐਨਡੀਪੀ ਵਿੱਚ ਵੀ ਸਭ ਦੇ ਵੈਕਸੀਨ ਲੱਗੀ ਹੋਈ ਹੈ ਜਿੰਨੇ ਐਮਪੀ ਨੇ, ਔਰ ਬਲਾਕ ਕਿਊਬਕ ਦੇ ਵਿੱਚ ਵੀ ਇਸੇ ਤਰੀਕੇ ਨਾਲ, ਕਿਉਂਕਿ ਬਲਾਕ ਕਿਊਬਕ ਦੇ ਲੀਡਰ ਨੇ ਤਾਂ ਬਿਆਨ ਵੀ ਦਿੱਤਾ ਸੀ ਕਿ ਇਨ ਪਰਸਨ ਜਿਹੜੀ ਉਹ ਪਾਰਲੀਮੈਂਟ ਹੋਣੀ ਚਾਹੀਦੀ ਆ। ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗੀ ਕਹਿੰਦੇ ਵੀ ਉਹ ਵੀਡੀਓ ਕਾਲ ਰਾਹੀਂ ਉੱਥੇ ਆਪਣੀ ਹਾਜ਼ਰੀ ਲਗਵਾ ਸਕਦੇ ਆ। ਔਰ ਉਹਨਾਂ ਨੇ ਕੰਜ਼ਰਵੇਟਿਵ ਦਾ ਨਾਮ ਲੈ ਕੇ ਜਿਹੜੀ ਗੱਲ ਕੀਤੀ ਸੀ, ਔਰ ਗ੍ਰੀਨ ਪਾਰਟੀ ਦੇ ਜਿਹੜੇ 1-2 ਐਮਪੀ ਹੈਗੇ ਆ ਉਹ ਵੀ ਫੁੱਲੀ ਵੈਕਸੀਨੇਟਡ ਨੇ। ਸੋ ਜੇਕਰ ਇਹ ਕੋਈ ਸਮੱਸਿਆ ਹੈ ਤਾਂ ਉਹ ਸਿਰਫ ਕੰਜ਼ਰਵੇਟਿਵ ਪਾਰਟੀ ਲਈ ਆ, ਕਿਉਂਕਿ ਇੱਕ ਤਾਂ ਉਹਨਾਂ ਨੇ ਇਲੈਕਸ਼ਨ ਦੌਰਾਨ ਆਪਣੇ ਕੈਂਡੀਡੇਟਸ ਲਈ ਜਿਹੜੀ ਆ ਉਹ ਵੈਕਸੀਨ ਜਿਹੜੀ ਆ ਮੈਂਡੇਟਰੀ ਨਹੀਂ ਕੀਤੀ ਸੀਗੀ। ਇਹ ਤਾਂ ਜ਼ਰੂਰ ਕਿਹਾ ਸੀ ਕਿ ਜੇਕਰ ਕਿਸੇ ਤੇ ਵੈਕਸੀਨ ਨਹੀਂ ਲੱਗੀ ਤਾਂ ਉਹਨੂੰ ਰੋਜ਼ ਜਿਹੜਾ ਵਾ ਉਹ ਕੋਵਿਡ ਟੈਸਟ ਜਾਂ ਰੈਪਿਡ ਟੈਸਟ ਜਿਹੜਾ ਕਰਵਾਉਣਾ ਚਾਹੀਦਾ ਵਾ। ਸੋ ਇਸ ਤਰੀਕੇ ਨਾਲ ਹੁਣ ਜਦੋਂ ਕੌਕਸ ਦੇ ਵਿੱਚ ਵੀ ਕੁਝ ਉਸ ਤਰੀਕੇ ਦੇ ਲੋਕ ਜਿਹੜੇ ਆ ਜ਼ਰੂਰ ਜਿੱਤ ਕੇ ਆਏ ਹੋਣਗੇ, ਕਿਉਂਕਿ ਕੰਜ਼ਰਵੇਟਿਵ ਨੇ ਇਸ ਸੰਬੰਧੀ ਕੋਈ ਜਾਣਕਾਰੀ ਵੀ ਸਾਂਝੀ ਨਹੀਂ ਕੀਤੀ ਆ ਕਿ ਉਹਨਾਂ ਦੇ ਕਿੰਨੇ ਐਮਪੀ ਜਿਹੜੇ ਵੈਕਸੀਨੇਟਡ ਨੇ, ਕਿੰਨੇ ਨਹੀਂ ਨੇ। ਸੋ ਇਸ ਤਰੀਕੇ ਨਾਲ ਹੁਣ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਗੱਲ ਦਾ ਕਿ ਇਸ ਤਰੀਕੇ ਨਾਲ ਘੱਟੋ ਘੱਟ ਪਾਰਲੀਮੈਂਟ ਦੇ ਵਿੱਚ ਨਹੀਂ ਹੋਣਾ ਚਾਹੀਦਾ। ਸੋ ਦੇਖਦੇ ਹਾਂ ਕਿ ਅੱਗੇ ਹੋਰ ਕੀ ਪ੍ਰਤੀਕਿਰਿਆ ਆਉਂਦੀ ਹੈ ਵੱਖ-ਵੱਖ ਪਾਰਟੀਆਂ ਦੀ, ਕਿਉਂਕਿ ਇਹ ਤਾਂ ਫਿਲਹਾਲ ਇੱਕ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਸੀਗਾ, ਜਿਹਦੇ ਉੱਤੇ ਅਸੀਂ ਇਹ ਦੇਖ ਸਕਦੇ ਹਾਂ ਕਿ ਇਸ ਤਰੀਕੇ ਨਾਲ ਪ੍ਰਤੀਕਿਰਿਆ ਆਈ ਆ। ਔਰ ਅਟੂਲ ਨੇ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਵਿੱਚ ਇਹ ਕਿਹਾ ਕਿ ਇਹਨੂੰ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ, ਔਰ ਇਹ ਮੁੱਦਾ ਹਾਲਾਂਕਿ ਚੋਣਾਂ ਵਿੱਚ ਵੀ ਬਹੁਤ ਵੱਡਾ ਸੀ। ਇਸ ਗੱਲ ਤੇ ਜਸਟਿਨ ਟਰੂਡੋ ਨਿਸ਼ਾਨੇ ਸੇਧਦੇ ਰਹੇ ਸੀਗੇ, ਔਰ ਇੱਕ ਵਾਰੀ ਫਿਰ ਉਹੀ ਗੱਲ ਜਿਹੜੀ ਆ ਸਾਹਮਣੇ ਆ ਗਈ ਆ। ਜੀ ਮਨਦੀਪ ਜੀ, ਅਗਲੀ ਜਿਹੜੀ ਖਬਰ ਹੈ ਓਨਟਾਰੀਓ ਦੇ ਨਾਲ ਜੁੜੀ ਹੋਈ ਹੈ। ਓਨਟਾਰੀਓ ਤੋਂ ਜਿਹੜੇ ਡਿਲੀਵਰੀ ਦੇ ਨਾਲ ਸੰਬੰਧਿਤ ਡਰਾਈਵਰ ਨੇ ਉਸ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਕਿਸ ਕਾਨੂੰਨ ਦੀ ਜਿਹੜੀ ਹੈ, ਕਿਹੜਾ ਕਾਨੂੰਨ ਲਿਆਂਦਾ ਜਾ ਸਕਦਾ ਹੈ ਓਨਟਾਰੀਓ ਦੇ ਵਿੱਚ ਇਹਨਾਂ ਡਰਾਈਵਰਸ ਦੇ ਵਾਸਤੇ ਸਰਕਾਰ ਦੇ ਵੱਲੋਂ? ਇਸ ਬਾਰੇ ਤੁਹਾਡੇ ਤੋਂ ਜਾਣਕਾਰੀ ਅਸੀਂ ਹਾਸਿਲ ਕਰਨਾ ਚਾਹਾਂਗੇ। ਬਿਲਕੁਲ ਜੀ, ਇੱਕ ਨਵੇਂ ਕਾਨੂੰਨ ਦੀ ਤਿਆਰੀ ਕੀਤੀ ਜਾ ਰਹੀ ਆ, ਔਰ ਖਾਸ ਕਰਕੇ ਕਾਨੂੰਨ ਹੈਗਾ ਆ ਜਿਹੜੇ ਡਿਲੀਵਰੀ ਡਰਾਈਵਰ ਨੇ, ਚਾਹੇ ਉਹ ਟਰੱਕ ਡਰਾਈਵਰ ਨੇ, ਚਾਹੇ ਉਹ ਕੋਈ ਫੂਡ ਡਿਲੀਵਰੀ ਕਰਦੇ ਨੇ, ਚਾਹੇ ਸਕਿਪ ਦਾ ਡਿਸ਼ ਜਾਂ ਡੋਰ ਡੈਸ਼ ਵਗੈਰਾ ਹੋ ਗਈਆਂ ਕੰਪਨੀਆਂ, ਜਾਂ ਕੁਝ ਹੋਰ ਕਿਸੇ ਵੀ ਤਰੀਕੇ ਦੀ ਕੋਈ ਡਿਲੀਵਰੀ ਕਰਦਾ ਆ, ਕੋਈ ਵੱਡੇ ਟਰੱਕਾਂ ਵਿੱਚ ਕਰਦਾ ਆ, ਕੋਈ ਸਕਿਪ ਦਾ ਡਿਸ਼ ਨਾਲ ਫੂਡ ਡਿਲੀਵਰੀ ਕਰਦਾ ਆ। ਸੋ ਉਹ ਕਈ ਥਾਵਾਂ ਤੇ ਦਿੱਕਤ ਆਉਂਦੀ ਸੀ, ਖਾਸ ਕਰਕੇ ਕੋਵਿਡ ਦੇ ਦੌਰਾਨ ਇਹ ਸਾਰੀਆਂ ਚੀਜ਼ਾਂ ਬਹੁਤ ਸਾਹਮਣੇ ਆਈਆਂ ਸੀ ਕਿ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਵਾਸ਼ਰੂਮ ਵਰਤਣ ਤੋਂ ਰੋਕਿਆ ਜਾ ਰਿਹਾ ਸੀ, ਔਰ ਕਈ ਥਾਵਾਂ ਤੇ ਲਿਖਿਆ ਹੁੰਦਾ ਸੀ ਕਿ ਇੱਥੇ ਸਿਰਫ ਸਾਡਾ ਜਿਹੜਾ ਸਟਾਫ ਆ ਉਹੀ ਜਾ ਸਕਦਾ ਆ, ਵਾਸ਼ਰੂਮ ਯੂਜ਼ ਕਰ ਸਕਦਾ ਆ। ਔਰ ਕਈ ਥਾਵਾਂ ਤੇ ਖਾਸ ਤੌਰ ਤੇ 1-2 ਥਾਵਾਂ ਤੇ ਮਾਮਲੇ ਸਾਹਮਣੇ ਆਏ ਸੀ, ਇਹ ਮੈਂਸ਼ਨ ਕੀਤਾ ਗਿਆ ਸੀ ਕਿ ਡਰਾਈਵਰ ਜਿਹੜੇ ਇੱਥੇ ਉਹ ਨਹੀਂ ਆ ਸਕਦੇ, ਉਹਨਾਂ ਨੂੰ ਅਲਾਉਡ ਨਹੀਂਗਾ। ਸੋ ਹੁਣ ਇਹ ਜਿਹੜੀ ਸਮੱਸਿਆ ਵਾ ਉਹਨੂੰ ਜਦੋਂ ਸਰਕਾਰ ਅੱਗੇ ਰੱਖਿਆ ਗਿਆ ਤਾਂ ਉਹਦੇ ਸੰਬੰਧੀ ਹੁਣ ਸਰਕਾਰ ਇਹ ਕਦਮ ਚੁੱਕਣ ਜਾ ਰਹੀ ਆ ਕਿ ਇਹ ਲਾਜ਼ਮੀ ਹੋਵੇਗਾ ਕਿ ਉਹਨਾਂ ਨੂੰ ਇਹ ਸਹੂਲਤ ਦੇਣੀ ਪਵੇਗੀ। ਕਿਤੇ ਵੀ ਜੇਕਰ ਉਹ ਫੂਡ ਚੱਕਣ ਜਾਂਦੇ ਆ ਜਾਂ ਡਿਲੀਵਰ ਕਰਨ ਜਾਂਦੇ ਆ, ਜਿਹੜੇ ਬਿਜ਼ਨਸ ਨੇ ਖਾਸ ਕਰਕੇ ਉਹਨਾਂ ਲਈ ਇਹ ਕਾਨੂੰਨ ਆ, ਕਿਤੇ ਵੀ ਕਿਸੇ ਬਿਜ਼ਨਸ ਤੇ ਕੋਈ ਫੂਡ ਡਿਲੀਵਰੀ ਵਾਲਾ ਚੱਕਣ ਜਾਂਦਾ ਆ ਜਾਂ ਇਹਨਾਂ ਬਿਜ਼ਨਸ ਤੇ ਕੋਈ ਡਿਲੀਵਰੀ ਕਰਨ ਜਾਂਦਾ ਆ ਤਾਂ ਉਹਨਾਂ ਨੂੰ ਜਿਹੜੀ ਆ ਵਾਸ਼ਰੂਮ ਦੀ ਜਿਹੜੀ ਸਹੂਲਤ ਆ ਉਹ ਮੁਹੱਈਆ ਕਰਾਉਣੀ ਪਵੇਗੀ, ਉਹਨੂੰ ਨਹੀਂ ਰੋਕਿਆ ਜਾ ਸਕਦਾ। ਸੋ ਇਹ ਲਾਜ਼ਮੀ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ, ਔਰ ਪ੍ਰਪੋਜ਼ਲ ਕਰ ਦਿੱਤਾ ਗਿਆ ਮੋਸ਼ਨ। ਸੋ ਦੇਖਦੇ ਆ ਕਦੋਂ ਤੱਕ ਇਹ ਕਾਨੂੰਨ ਬਣਦਾ। ਜੀ ਮਨਦੀਪ ਜੀ, ਮਹਿੰਗਾਈ ਦਰ ਦੇ ਬਾਰੇ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ ਕੈਨੇਡਾ ਦੇ ਵਿੱਚ ਇਨਫਲੇਸ਼ਨ ਰੇਟ ਕੀ ਰਿਹਾ ਹੈ। ਇਹ ਜੋ ਜਾਣਕਾਰੀ ਸਾਹਮਣੇ ਆਈ ਹੈ, ਇਸ ਤੋਂ ਬਾਅਦ ਪਤਾ ਚੱਲਿਆ ਕਿ 18 ਸਾਲ ਦੇ ਰਿਕਾਰਡ ਟੁੱਟੇ ਨੇ। ਕਿਹੜੀ ਏਜੰਸੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਕਿਹੜੀਆਂ ਗੱਲਾਂ ਦਾ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਹੈ, ਤੁਹਾਡੇ ਤੋਂ ਜਾਣਨਾ ਚਾਹਾਂਗੇ। ਬਿਲਕੁਲ ਜੀ, ਇਸ ਵਾਰ ਜਿਹੜਾ ਵਾ ਮਹਿੰਗਾਈ ਜਿਹੜੀ ਆ, ਜਿਵੇਂ ਕਿ ਪਹਿਲਾਂ ਵੀ ਅਸੀਂ ਚਰਚਾ ਕਰ ਚੁੱਕੇ ਹਾਂ ਕਿ ਵੱਖ-ਵੱਖ ਲੀਡਰਾਂ ਨੇ ਗੱਲ ਕੀਤੀ ਆ, ਔਰ ਇਹ ਕਿਹਾ ਜਾ ਰਿਹਾ ਕਿ 2003 ਤੋਂ ਬਾਅਦ ਪਹਿਲੀ ਵਾਰ ਜਿਹੜੀ ਮਹਿੰਗਾਈ ਦੀ ਦਰ ਹੈ 4.4 ਜਿਹੜੀ ਉਹ ਵੱਧ ਕੇ ਉੱਪਰ ਨੂੰ ਗਈ ਆ। ਸੋ ਇਹਦੇ ਸੰਬੰਧੀ ਜਿਹੜੀ ਜਾਣਕਾਰੀ ਅੱਜ ਸਟੈਟਿਸਟਿਕਸ ਕੈਨੇਡਾ ਵੱਲੋਂ ਵੀ ਸਾਂਝੀ ਕੀਤੀ ਗਈ ਆ। ਸੋ ਇਹ ਮੁੱਦਾ ਪਹਿਲਾਂ ਹੀ ਕਾਫੀ ਸੀ, ਕਿਉਂਕਿ ਇਸ ਵਕਤ ਜਿਹੜੀਆਂ ਗੈਸ ਦੀਆਂ ਕੀਮਤਾਂ ਨੇ ਉਹ ਵੀ ਕਾਫੀ ਵਧੀਆ ਨੇ। ਖਾਸ ਕਰਕੇ ਜਦੋਂ ਅਸੀਂ ਵੱਡੇ ਸ਼ਹਿਰਾਂ 'ਚ ਗੱਲ ਕਰਦੇ ਹਾਂ ਤਾਂ ਉੱਥੇ ਕੀਮਤਾਂ ਹੋਰ ਵੀ ਵੱਧ ਜਾਂਦੀਆਂ ਨੇ, ਔਰ ਆਮ ਤੌਰ ਤੇ ਆਮ ਲੋਕਾਂ ਵਿੱਚ ਵੀ ਚਰਚਾ ਚੱਲਦੀ ਹੈ ਕਿ ਇਸ ਵਾਰ ਗਰੋਸਰੀ ਦੀਆਂ ਕੀਮਤਾਂ ਕਾਫੀ ਵਧੀਆਂ ਹੋਈਆਂ ਨੇ। ਜਿੰਨੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਉਹ ਸਾਰੀਆਂ ਦੀ ਜਿਹੜੀ ਮਹਿੰਗਾਈ ਆ ਉਹ ਵਧੀ ਹੋਈ ਆ।
ਸੋ ਇਹਦੇ ਕਾਰਨ ਕੀ ਨੇ ਇਹ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਜਦੋਂ ਹੁਣ ਪਾਰਲੀਮੈਂਟ ਸ਼ੁਰੂ ਹੋਵੇਗੀ ਸੋ ਲੱਗਦਾ ਕਿ ਜਿਵੇਂ ਕਿ ਲੀਡਰਾਂ ਨੇ ਪਹਿਲਾਂ ਹੀ ਆਪਣੀ ਪ੍ਰਾਇੋਰਟੀ ਵਿੱਚ ਇਸ ਚੀਜ਼ ਨੂੰ ਰੱਖਿਆ ਹੋਇਆ ਕਿ ਜਿਹੜੀ ਮਹਿੰਗਾਈ ਆ ਉਹਦੇ ਤੇ ਗੱਲ ਕਰਨੀ ਆ। ਹਾਲਾਂਕਿ ਕੰਜ਼ਰਵੇਟਿਵ ਨੇ ਇਸ ਸੰਬੰਧੀ ਤਾਂ ਆਪਣੇ ਕੰਪੇਨ ਦੇ ਵਿੱਚ ਵੀ ਕਾਫੀ ਕੁਝ ਕੀਤਾ ਸੀਗਾ, ਕਾਫੀ ਉਹਨਾਂ ਨੇ ਮੁੱਦਾ ਚੱਕਿਆ ਸੀਗਾ। ਸੋ ਟਰੂਡੋ ਸਰਕਾਰ ਲਈ ਇੱਕ ਚੁਣੌਤੀ ਹੈ ਕਿ ਮਹਿੰਗਾਈ ਨੂੰ ਕਿਵੇਂ ਕਾਬੂ ਕਰਨਾ ਆ, ਕਿਉਂਕਿ ਕਾਰਾਂ ਤੋਂ ਲੈ ਕੇ ਸਬਜ਼ੀਆਂ ਤੋਂ ਲੈ ਕੇ ਗਰੋਸਰੀ ਤੋਂ ਲੈ ਕੇ ਗੈਸ ਤੱਕ ਦੀਆਂ ਕੀਮਤਾਂ ਜਿਹੜੀਆਂ ਵਧੀਆਂ ਹੋਈਆਂ ਨੇ ਔਰ ਘਰਾਂ ਦੀ ਕੀਮਤ ਤਾਂ ਆਪਾਂ ਗੱਲ ਕਰ ਹੀ ਚੁੱਕੇ ਨੇ। ਸੋ ਇੱਕ ਵੱਡਾ ਮੁੱਦਾ ਆ, ਦੇਖਦੇ ਹਾਂ ਕਿਸ ਤਰੀਕੇ ਨਾਲ ਨਿਪਟਿਆ ਜਾਂਦਾ। ਜੀ ਮਨਦੀਪ ਜੀ, ਬ੍ਰਿਟਿਸ਼ ਕੋਲੰਬੀਆ ਤੋਂ ਜਾਣਕਾਰੀ ਸਾਹਮਣੇ ਆਈ ਹੈ ਜੋ ਪ੍ਰੋਵਿੰਸ ਦੇ ਵੱਲੋਂ ਇੱਕ ਡੈਡਲਾਈਨ ਤੈਅ ਕੀਤੀ ਗਈ ਸੀ ਕਿ ਇਸ ਤੋਂ ਪਹਿਲਾਂ ਹੈਲਥ ਕੇਅਰ ਵਰਕਰਸ ਦੇ ਲਈ ਕੋਵਿਡ-19 ਵੈਕਸੀਨ ਲਗਾਉਣੀ ਜ਼ਰੂਰੀ ਹੈ। ਇਸ ਤੋਂ ਪਹਿਲਾਂ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 5000 ਤੋਂ ਵੱਧ ਹੈਲਥ ਕੇਅਰ ਵਰਕਰਸ ਅਜਿਹੇ ਨੇ ਜਿਨ੍ਹਾਂ ਵੱਲੋਂ ਵੈਕਸੀਨ ਲਗਵਾਈ ਹੀ ਨਹੀਂ ਗਈ। ਸੋ ਬ੍ਰਿਟਿਸ਼ ਕੋਲੰਬੀਆ ਤੋਂ ਜੋ ਇਹ ਮਾਮਲਾ ਸਾਹਮਣੇ ਆਇਆ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ ਜੀ, ਇਸ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ 5500 ਤੋਂ ਵੱਧ ਜਿਹੜੇ ਆ ਕੁਝ ਇਸ ਤਰੀਕੇ ਦੇ ਸਿਹਤ ਅਧਿਕਾਰੀ ਹੈਗੇ ਨੇ, ਕੁਝ ਜਿਹੜੇ ਆ ਉਹ ਹਸਪਤਾਲਾਂ ਤੋਂ ਵੀ ਆਉਂਦੇ ਨੇ ਇਹਦੇ ਵਿੱਚ ਇਸ ਗਿਣਤੀ ਵਿੱਚ, ਕੁਝ ਜਿਹੜੇ ਹੋਰ ਹੈਲਥ ਸੈਕਟਰ ਦੇ ਵਿੱਚ ਫੈਸਿਲਿਟੀਆਂ ਨੇ ਉਹਦੇ ਵਿੱਚੋਂ ਆਉਂਦੇ ਆ ਔਰ ਕੁੱਲ ਮਿਲਾ ਕੇ ਸ਼ਾਇਦ ਇਹਨਾਂ ਦੀ ਗਿਣਤੀ 4% ਦੀ ਦੱਸੀ ਗਈ ਆ ਕੁੱਲ ਦੇ ਵਿੱਚੋਂ ਕਿ 4% ਇਹੋ ਜਿਹੇ ਹੈਲਥ ਵਰਕਰ ਹੈਗੇ ਨੇ ਜਿਨ੍ਹਾਂ ਨੇ ਹਲੇ ਵੈਕਸੀਨ ਨਹੀਂ ਲਵਾਈ ਆ। ਹਾਲਾਂਕਿ ਕੋਈ ਕਿਊਬਕ ਵਰਗੀ ਬਹੁਤੀ ਸਖਤ ਜਿਹੜੀ ਹਲੇ ਤੱਕ ਹਦਾਇਤ ਨਹੀਂ ਦਿੱਤੀ ਗਈ ਆ, ਪਰ ਕਿਉਂਕਿ ਡੈਡਲਾਈਨ ਜਿਹੜੀ ਉਹ ਨੇੜੇ ਆ ਰਹੀ ਆ, 26 ਅਕਤੂਬਰ ਦੀ ਡੈਡਲਾਈਨ ਆ। 26 ਅਕਤੂਬਰ ਤੋਂ ਪਹਿਲਾਂ ਵੈਕਸੀਨ ਜਿਹੜੀ ਲਵਾਉਣੀ ਜ਼ਰੂਰੀ ਆ ਸਭ ਦੇ। ਔਰ ਇਹ ਵੀ ਇੱਕ ਸਮੱਸਿਆ ਬਣੀ ਹੋਈ ਹੈ ਕਿਉਂਕਿ ਕੇਸ ਵੀ ਜਿਹੜੇ ਲਗਾਤਾਰ ਕਾਫੀ ਸਾਹਮਣੇ ਆ ਰਹੇ ਆ ਔਰ ਅਸੀਂ ਅਪਡੇਟ ਵੀ ਸਾਂਝੀ ਕਰ ਦਿੰਦੇ ਹਾਂ ਦਰਸ਼ਕਾਂ ਨਾਲ ਕਿ ਬ੍ਰਿਟਿਸ਼ ਕੋਲੰਬੀਆ ਜਿਹੜੀ ਇਸ ਵਕਤ ਤਾਜ਼ਾ ਅਪਡੇਟ ਆਈ ਹੈ ਉਹ ਕੀ ਆ। ਪਰ ਇੱਥੇ ਜ਼ਰੂਰ ਹੈ ਕਿ ਹੈਲਥ ਦੇ ਮਾਮਲੇ ਵਿੱਚ ਲੈ ਕੇ ਸਮੱਸਿਆ ਸਰਕਾਰ ਨੂੰ ਹੈਗੀ ਹੈ ਕਿਉਂਕਿ ਹੈਲਥ ਵਰਕਰਾਂ ਦੀ ਪਹਿਲਾਂ ਹੀ ਕਮੀ ਜਦ ਦੱਸੀ ਜਾ ਰਹੀ ਆ ਔਰ ਦੂਜੇ ਪਾਸੇ ਜੇਕਰ ਇਸ ਤਰੀਕੇ ਨਾਲ ਵੀ ਕੁਝ ਲੋਕ ਜਿਹੜੇ ਆ ਉਹ ਅਨਪੇਡ ਜਿਹੜੇ ਲੀਵ ਤੇ ਭੇਜਣੇ ਪਏ ਤਾਂ ਹੋਰ ਜਿਹੜੇ ਵਰਕਰਾਂ ਦੀ ਜਿਹੜੀ ਘਾਟ ਹੈ ਉਹ ਪੈਦਾ ਹੋ ਜਾਵੇਗੀ। ਸੋ ਦੇਖਦੇ ਹਾਂ ਕਿ ਇਸ ਮਾਮਲੇ ਨੂੰ ਕਿਸ ਤਰੀਕੇ ਨਾਲ ਨਜਿੱਠਿਆ ਜਾਂਦਾ ਆ। ਔਰ ਜੇਕਰ ਅਸੀਂ BC ਦੇ ਵਿੱਚ ਕੋਵਿਡ ਅਪਡੇਟ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਦੌਰਾਨ ਜਿਹੜੇ ਆ 696 ਜਿਹੜੇ ਆ ਮਾਮਲੇ ਕੁੱਲ ਸਾਹਮਣੇ ਆਏ ਨੇ ਨਵੇਂ, ਜੋ ਕਿ ਇੱਕ ਵੱਡੀ ਗਿਣਤੀ ਆ। ਕੁੱਲ ਐਕਟਿਵ ਕੇਸ ਜਿਹੜੇ ਇਸ ਵਕਤ BC ਦੇ ਵਿੱਚ 4888 ਜਿਹੜੇ ਹੋ ਚੁੱਕੇ ਨੇ। ਰੀਜਨ ਵਾਈਜ਼ ਜੇਕਰ ਅਸੀਂ ਗੱਲ ਕਰੀਏ ਤਾਂ 252 ਮਾਮਲੇ ਫਰੇਜ਼ਰ ਹੈਲਥ ਤੋਂ ਸਾਹਮਣੇ ਆਏ ਨੇ, 76 ਨਵੇਂ ਮਾਮਲੇ ਵੈਨਕੂਵਰ ਕੋਸਟਲ ਹੈਲਥ ਤੋਂ, 118 ਨਵੇਂ ਮਾਮਲੇ ਇੰਟੀਰੀਅਰ ਹੈਲਥ ਰੀਜਨ ਤੋਂ, 191 ਜਿਹੜੇ ਆ ਉਹ ਨਾਰਥਰਨ ਹੈਲਥ ਰੀਜਨ ਤੋਂ ਤੇ 59 ਨਵੇਂ ਕੇਸ ਜਿਹੜੇ ਆਈਲੈਂਡ ਹੈਲਥ ਰੀਜਨ ਤੋਂ ਆਏ ਨੇ। ਸੋ ਜੇਕਰ ਅਸੀਂ ਪਿਛਲੇ 24 ਘੰਟਿਆਂ ਦੌਰਾਨ ਗੱਲ ਕਰੀਏ ਤਾਂ 6 ਹੋਰ ਲੋਕਾਂ ਦੀ ਜਿਹੜੀ ਮੌਤ ਆ ਉਹ ਹੋਈ ਆ ਕੋਵਿਡ ਦੇ ਕਰਕੇ। ਤੇ ਕੁੱਲ ਹੁਣ ਇਸ ਵਕਤ BC ਵਿੱਚ ਜੇਕਰ ਅਸੀਂ ਦੇਖੀਏ ਜਦੋਂ ਦੀ ਇਹ ਮਹਾਮਾਰੀ ਸ਼ੁਰੂ ਹੋਈ ਆ 2092 ਲੋਕਾਂ ਦੀ ਮੌਤ ਜਿਹੜੀ ਆ ਉਹ ਹੋ ਚੁੱਕੀ ਆ। BC ਦੇ ਵਿੱਚ 2092 ਲੋਕਾਂ ਦੀ ਮੌਤ ਹੋ ਚੁੱਕੀ ਆ। ਔਰ ਜੇਕਰ ਅਸੀਂ ਗੱਲ ਕਰੀਏ ਕਿ ਜਿਹੜੀਆਂ 6 ਮੌਤਾਂ ਹੋਈਆਂ ਨੇ ਪਿਛਲੇ 24 ਘੰਟਿਆਂ ਵਿੱਚ, ਇਹਦੇ ਚੋਂ 5 ਮੌਤਾਂ ਜਿਹੜੀਆਂ ਆ ਉਹ ਇਕੱਲੇ ਫਰੇਜ਼ਰ ਹੈਲਥ ਰੀਜਨ ਦੇ ਵਿੱਚ ਹੋਈਆਂ ਨੇ, ਜਦਕਿ ਇੱਕ ਮੌਤ ਜਿਹੜੀ ਉਹ ਵੈਨਕੂਵਰ ਕੋਸਟਲ ਹੈਲਥ ਰੀਜਨ ਦੇ ਵਿੱਚ ਹੋਈ ਆ। ਜੀ, ਸੋ ਇਸ ਪ੍ਰੋਗਰਾਮ ਕੈਨੇਡਾ ਨਾਓ ਦੇ ਵਿੱਚ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਗੱਲ ਕੀਤੀ ਹੈ, ਇਹਨਾਂ ਦੇ ਉੱਪਰ ਵਿਚਾਰ ਚਰਚਾ ਹੋਈ ਹੈ। ਬਾਕੀ ਖਬਰਾਂ ਦੇ ਵਾਸਤੇ ਤੁਸੀਂ ਬਣੇ ਰਹੋ TV ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।